देश दुनिया च वसदे पंजाबियों को खुशामदीद। मैं हरजिंदर सिंह रंधावा, तुस देख रहे हो पंजाब टैलीविजन। मेरे नाल ने सरदार नरिंदरपाल सिंह। सरदार साहब, अज प्रधान जी ने विरोधियों के यॉर्कर नूं ऐसा खेडिया कि अगलियां नूं संभलना औखा हो गया। ਤੁਹਾਡਾ मतलब कि प्रधान जी के अंदर नवजोत सिंह सिद्धू की रूह आ गई है। नवजोत सिंह सिद्धू भी रोज बेअदबी मामलों के विच ट्वीट ते ट्वीट करते हैं जी, लेकिन प्रधान जी ने अज मोड़वा हल्ला मारिया। बिल्कुल अज उन्होंने बहुत सारे सवाल पूछे, जी, ਉਹਦੇ ਭਗਵੰਤ ਮਾਨ ਵੀ ਸ਼ਾਮਲ ਕਰ ਲਿਆ, ਜਾਖੜ ਵੀ ਸ਼ਾਮਲ ਕਰ ਲਿਆ, ਸੁਖਜਿੰਦਰ ਰੰਧਾਵਾ ਵੀ ਕਰ ਲਿਆ ਜੀ, ਤੇ ਸਿੱਧੂ ਨੂੰ ਵੀ ਕਰ ਲਿਆ। ਇਹ ਪੁੱਛਿਆ ਕਿ ਰੱਟ ਤੁਸੀਂ ਲਾਈ ਆ ਕਿ ਸਾਡੇ ਕੋਲ ਬੜੇ ਸਬੂਤ ਨੇ ਜੀ, ਬੇਅਦਬੀ ਕਰਵਾਉਣ ਵਾਲਿਆਂ ਦੇ, ਜੇ ਹੈਗੇ ਆ ਤਾਂ ਲਿਆਉਂਦੇ ਕਿਉਂ ਨਹੀਂ? 4.5 ਸਾਲ ਹੋ ਗਏ, ਹੁਣ ਖੱਟਾ ਡਿੱਕ ਦਿਓ। बिल्कुल ਇਸ ਤੋਂ ਵੀ ਅੱਗੇ ਰਵਨੀਤ ਸਿੰਘ ਬਿੱਟੂ ਯੂ ਟਰਨ ਮਾਰਦੇ ਆ, ਉਹ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਤੇ ਖੜੇ ਦਿਸਦੇ ਆ ਤੇ ਸਿੱਧੂ ਨੂੰ ਇਹ ਕਹਿੰਦੇ ਆ ਕਿ ਤੁਸੀਂ ਤਾਂ ਹੁਣ ਬਾਹਰ ਜਾਣਾ ਤਾਂ ਚਲੇ ਹੀ ਜਾਓ। जी, ਨਾਲ ਹੀ ਇੱਕ ਹੋਰ ਮਸਲਾ ਪੈਦਾ ਹੋ ਗਿਆ ਕਿ ਜਿਨ੍ਹਾਂ ਨੇ ਜਿਸ ਆਧਾਰ ਤੇ ਪੂਰੀ ਰਾਜਨੀਤੀ ਕੀਤੀ, जी, ਭਗਵਾ ਰਾਜਨੀਤੀ, ਹਿੰਦੂਤਵ ਦੀ ਰਾਜਨੀਤੀ, ਹੁਣ ਉਸੇ ਨੂੰ ਆਧਾਰ ਬਣਾ ਕੇ ਮਲੇਰਕੋਟਲੇ ਨੂੰ ਜ਼ਿਲ੍ਹਾ ਐਲਾਨਣ ਤੋਂ ਬਾਅਦ ਜੀ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ जी, जी, ਕੈਪਟਨ ਅਮਰਿੰਦਰ ਸਿੰਘ ਨੂੰ ਸ਼ੀਸ਼ਾ ਵਿਖਾਉਂਦੇ ਆ जी, ਕਿ ਭਾਰਤੀ ਰਹੁ ਰੀਤਾਂ ਤੇ ਸੰਵਿਧਾਨ ਅਨੁਸਾਰ ਇਹ ਧਰਮਾਂ ਦੇ ਨਾਂ ਤੇ ਜ਼ਿਲ੍ਹੇ ਬਣਾਉਣੇ ਠੀਕ ਨਹੀਂ, ਇਹ ਜੀ, ਕਾਂਗਰਸ ਦੀ ਜੀ, ਮਾੜੀ ਜੀ। ਨੀਤੀ। ਮੰਨਿਆ ਕਾਂਗਰਸ ਦੀ ਨੀਤੀ ਵਾਕਈ ਖਰਾਬ ਰਹੀ। ਇਹਦੇ ਚ ਕੈਪਟਨ ਅਮਰਿੰਦਰ ਸਿੰਘ 500-700 ਕਰੋੜ ਦਾ ਖਰਚਾ ਉੱਥੇ ਕਰਨ ਦੀ ਬਜਾਏ ਜਾਂ ਅਨਾਉਂਸ ਕਰਨ ਦੀ ਬਜਾਏ जी, ਮਰਦੇ ਜੀਆਂ ਨੂੰ ਆਕਸੀਜਨ ਦਾ ਘੁੱਟ ਪਿਆਉਂਦੇ। ਇਹਨਾਂ ਦਿਨਾਂ ਦੇ ਵਿੱਚ ਖਰਚੇ ਹੋਰ ਕਰਨ ਦੀ ਲੋੜ ਆ, ਅਨਾਉਂਸਮੈਂਟ ਹੋਰ ਦੀ ਲੋੜ ਸੀ, ਸਿਆਸਤ ਨਾਮ ਹੀ ਕੀਤੀ ਜਾਂਦੀ ਸਰਦਾ। ਤੇ ਜੇ ਇੱਕ ਹੋਰ ਪਹਿਲੂ ਦੇਖ ਲਓ, ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਔਜਲਾ ਸਾਹਿਬ ਅੱਜ ਬੜੇ ਗੁੱਸੇ 'ਚ ਸੀਗੇ। ਜਿਹੜੇ ਸਵਾਲ ਉਠਾਏ ਆ, ਅੱਜ ਸੁਖਬੀਰ ਸਿੰਘ ਬਾਦਲ ਨੇ ਜੋ ਕਿਹਾ ਉਹਦੇ ਐਨ ਉਲਟ ਔਜਲਾ ਕਹਿ ਰਹੇ। जी, ਉਹ ਕਹਿੰਦੇ ਜੀ ਸਰਕਾਰ ਤਾਂ ਸਾਡੀ ਹੈ, ਹਾਂ। ਚਲਾਉਂਦੇ ਸੁਖਬੀਰ ਬਾਦਲ ਹੈ, बिल्कुल ਅਫਸਰ ਅਜੇ ਵੀ ਉਹਨਾਂ ਦੇ ਆਖੇ ਲੱਗਦੇ ਆ, जी, ਅਦਾਲਤਾਂ ਦੇ ਫੈਸਲੇ ਉਸੇ ਅਨੁਸਾਰ ਆਉਂਦੇ ਆ ਜਿਵੇਂ ਅਦਾਲਤਾਂ 'ਚ ਅਫਸਰ ਭੁਗਤਦੇ ਆ। जी, ਅੱਜ ਵੀ ਉਹ ਸਾਰੇ ਘਪਲੇ ਉਵੇਂ ਹੀ ਆ ਜਿਨ੍ਹਾਂ ਦੇ ਵਿੱਚ ਕਿਸੇ ਵੀ ਅਕਾਲੀ ਦਾ ਨਾਂ ਆਉਂਦਾ, ਉਹਨਾਂ ਦੀ ਜਾਂਚ ਅੱਗੇ ਨਹੀਂ ਵਧੀ, ਜੀ। ਅਫਸਰ ਹੱਥ ਲਾਉਣੋਂ ਡਰਦੇ ਆ। ਸਰਕਾਰ ਤਾਂ ਸਾਡੀ ਹੈ ਲੇਕਿਨ ਸਰਕਾਰ ਕੋਈ ਹੋਰ। बिल्कुल सही गल ਹੁਣ ਪ੍ਰਸ਼ਾਂਤ ਕਿਸ਼ੋਰ ਦਾ ਜ਼ਿਕਰ ਛੇੜਨੇ ਨਾ ਛੇੜੀਏ ਗੱਲ ਨਹੀਂ ਬਣਦੀ। जी, ਪੂਰੇ ਦੇਸ਼ ਦੀ ਰਾਜਨੀਤੀ ਚ ਅਗਲਾ ਧਾਂਕ ਜਮਾ ਕੇ ਬੈਠਾ, जी। ਕਹਿੰਦੇ ਇੱਧਰ ਵੀ ਜੂਨ ਚ ਆਉਣ ਨੂੰ ਫਿਰਦਾ। ਆ ਉਹਦੀ ਕਹਿੰਦੇ ਟੀਮ ਜੂਨ ਹੈਗੀ। ਮਹੀਨੇ ਚ ਆ ਰਹੇ ਨੇ, ਟੀਮ ਉਹਨਾਂ ਦੀ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਦੇਖੋ ਗੱਲ ਆ, ਬੇਰੁਜ਼ਗਾਰ ਤਾਂ ਉਹ ਹੈ ਨਹੀਂ ਲੇਕਿਨ ਕੋਠੀ ਉਹ ਡਿਪਟੀ ਮੁੱਖ ਮੰਤਰੀ ਵਾਲੀ ਨੱਪੀ ਫਿਰਦਾ। ਬਿਲਕੁਲ ਪੰਜਾਬੀ ਉਹਨੂੰ ਲਾਗੇ ਨਹੀਂ ਲਾਉਣਾ ਚਾਹੁੰਦੇ, ਜੀ, ਕੈਪਟਨ ਅਮਰਿੰਦਰ ਸਿੰਘ ਦੂਰ ਨਹੀਂ ਕਰਨਾ ਚਾਹੁੰਦੇ। ਕਵੇਸ਼ਨਾਂ ਪੁੱਠੀਆਂ ਸਿੱਧੀਆਂ ਨੇ। ਹੁਣ ਪ੍ਰਸ਼ਾਂਤ ਕਿਸ਼ੋਰ ਵੀ ਸੋਚਦਾ ਹੋਣਾ ਹੈ ਕਿ ਇਸ ਵਾਰੀ ਜੇ ਕੈਪਟਨ ਸਾਹਿਬ ਲਈ ਕੰਮ ਕੀਤਾ ਸਾਰੇ ਇਕੱਠੇ ਕਰਨੇ ਪੈਣੇ। ਇਹ ਜਿਹੜੀ ਰਣਨੀਤੀ ਹੁੰਦੀ ਨਾ ਚੋਣਾਂ ਦੀ ਮੁਹਿੰਮ ਦੀ, ਉਹਦੇ ਨਾਲੋਂ ਵਿਚੋਲਗਰੀ ਜ਼ਿਆਦਾ ਕਰਨੀ ਪੈਣੀ, ਰੁੱਸੇ ਵੱਧ ਮਨਾਉਣੇ ਪੈਣੇ। ਹਾਂ, ਵਿਚੋਲਗਰੀ ਵੀ ਐਤਕੀ ਉਹੀ ਕਰਨਗੇ, ਪਹਿਲਾਂ ਵੀ ਉਹਨਾਂ ਨੇ ਕੀਤੀ ਸੀ। ਅਸੀਂ ਕਿਉਂਕਿ ਜਿਹੜੇ ਵੀ ਨੁਕਤੇ ਦ੍ਰਿਸ਼ਟੀਗੋਚਰ ਹੁੰਦੇ ਆ ਉਹਨਾਂ ਨੂੰ ਹੱਥ ਚ ਲੈਂਦੇ ਆ, ਉਹਨੂੰ ਚਰਚਾ ਚ ਲਿਆਉਂਦੇ ਆ। ਕੋਈ ਧਿਰ, ਕੋਈ ਵਿਅਕਤੀ ਵਿਸ਼ੇਸ਼, ਕੋਈ ਵਰਗ ਸਾਡੇ ਲਈ ਖਾਸ ਨਹੀਂ। ਜਿਹੜੇ ਨੁਕਤੇ ਸਾਹਮਣੇ ਆਉਂਦੇ ਆ ਉਹਨਾਂ ਨੂੰ ਜਿਸ ਐਂਗਲ ਤੋਂ ਸਾਨੂੰ ਸਮਝ ਆਉਂਦੀ ਹੈ ਅੱਗੇ ਲੈ ਕੇ ਵੱਧਦੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਹੁਣ ਤੋਂ ਕੁਝ ਘੰਟੇ ਪਹਿਲਾਂ ਆਪਣੀ ਫੇਸਬੁੱਕ ਪੇਜ ਦੇ ਉੱਤੋਂ ਇੱਕ ਸਵਾਲ ਖੜਾ ਕਰ ਦਿੰਦੇ ਆ ਕਿ ਬੇਅਦਬੀ ਮਾਮਲਿਆਂ 'ਚ ਬਾਰ-ਬਾਰ ਇਹ ਰੱਟ ਲਾਉਣ ਵਾਲੇ ਕਿ ਸਾਡੇ ਕੋਲ ਪੁਖਤਾ ਸਬੂਤ ਨੇ, ਉਹ ਹੁਣ ਤੱਕ 4.5 ਸਾਲ ਤੱਕ ਇਸੇ ਗੱਲ 'ਚ ਕਿਉਂ ਫਸੇ ਆ? ਸਬੂਤ ਸਾਹਮਣੇ ਕਿਉਂ ਨਹੀਂ ਰੱਖਦੇ? ਜਿਹੜੇ ਦੋਸ਼ੀ ਨੇ, ਜਿਨ੍ਹਾਂ ਬੇਅਦਬੀ ਕਰਾਈ, ਜਿਹੜੇ ਇਹਦੀ ਸਾਜ਼ਿਸ਼ 'ਚ ਸ਼ਾਮਲ ਹੈ, ਉਹਨਾਂ ਸਾਰਿਆਂ ਨੂੰ ਕਟਹਿਰੇ ਨੰਗਾ ਕਿਉਂ ਨਹੀਂ ਕਰਦੇ? ਅਦਾਲਤਾਂ 'ਚ ਸਜ਼ਾਵਾਂ ਕਿਉਂ ਨਹੀਂ ਦਿਵਾਉਂਦੇ? ਕਿਹਨੇ ਤੁਹਾਨੂੰ ਰੋਕਿਆ? ਸਰਦਾਰ ਸਾਹਿਬ, ਸਵਾਲ ਜਾਇਜ਼ ਆ, ਬਣਦਾ ਹੈ, ਕਰਨਾ ਬਣਦਾ। ਬਿਲਕੁਲ। ਔਰ ਦੂਜੇ ਪਾਸਿਓਂ ਜਿਹੜੀ ਉਹ ਗੱਲ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ, ਇਹਦੇ ਕਈ ਅਰਥ ਬਣਦੇ ਆ, ਇਹਦੇ ਕਈ ਅਰਥ ਬਣਦੇ ਆ। ਇਹ 2015 ਤੋਂ 17 ਤੱਕ ਗਵਰਨਮੈਂਟ 'ਚ ਸੀ। ਬਿਲਕੁਲ 17 ਮਹੀਨੇ ਇਹਨਾਂ ਦੀ ਸਰਕਾਰ ਰਹੀ। ਉਸ ਤੋਂ ਵੀ ਪਹਿਲਾਂ ਤਾਂ ਇਸ ਪੀਰੀਅਡ ਦੇ ਵਿੱਚ ਡੇਰਾ ਸਿਰਸਾ ਸੌਦੇ ਵਾਲੇ ਸਾਧ ਨਾਲ ਜੀ, ਕਈ ਮੀਟਿੰਗਸ ਦਾ ਸਿਲਸਿਲਾ ਹੁੰਦਾ। ਜੀ, 17 ਵਾਲੀ ਇਲੈਕਸ਼ਨ ਦੇ ਵਿੱਚ ਵੀ ਉਹਦੇ ਤੋਂ ਸਮਰਥਨ ਲੈਂਦੇ ਆ। ਸਹੀ ਗੱਲ ਹੈ। ਸਵਾਲ ਦਰਮਿਆਨ 'ਚ ਖੜਾ ਹੁੰਦਾ ਕਿ ਉਹਨੂੰ ਮਾਫੀ ਦਿੱਤੀ ਗਈ, ਉਹਦੀ ਫਿਲਮ ਚਲਾਉਣ ਦੀਆਂ ਗੱਲਾਂ ਹੋਈਆਂ। ਕੁੰਵਰ ਵਿਜੇ ਪ੍ਰਤਾਪ ਵਾਲੀ ਜਾਂਚ ਰਿਪੋਰਟ 'ਚੋਂ ਤੱਥ ਆਉਂਦੇ ਆ ਜੀ, ਕਿ ਆਖਰ ਬੇਅਦਬੀ ਤੋਂ ਪਹਿਲਾਂ ਦੀਆਂ ਘਟਨਾਵਾਂ, ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ 1 ਹੁੰਦਾ, ਜੂਨ 2015, ਹਾਂ, ਉਹ ਸਾਰੀਆਂ ਘਟਨਾਵਾਂ ਜਿਸ ਦਿਸ਼ਾ 'ਚੋਂ ਅੱਗੇ ਵੱਧਦੀਆਂ ਆਉਂਦੀਆਂ ਉਹਦੇ ਨਾਲ ਸਿਆਸਤ ਜੁੜਦੀ ਆ।
ਉਹ ਸਿਆਸਤ ਕਿਹਦੀ ਸੀਗੀ, ਕਿੰਨੇ ਕੀਤੀ ਆ, ਬੇਅਦਬੀ ਕਿਸੇ ਨੇ ਹੱਥ ਫੜ ਕੇ ਕੀਤੀ ਜਾਂ ਕਰਵਾਈ, ਕੋਈ ਕਿਸੇ ਤੇ ਦੋਸ਼ ਨਹੀਂ ਲਾਉਂਦਾ। ਉਹ ਜਿਹੜੇ ਜ਼ਿੰਮੇਵਾਰ ਨੇ ਉਹ ਬੜੇ ਵੱਡੇ ਗੁਨਾਹੀਏ ਹੋਣਗੇ, ਜਿਨ੍ਹਾਂ ਨੂੰ ਧਰਮਾਂ ਦੀ ਵਲਗਣ ਦਾ ਹੀ ਨਹੀਂ ਪਤਾ ਸੀ। ਉਹ ਲੋਕ, ਮੈਂ ਕਹਿੰਦਾ ਕਿ ਉਹਨਾਂ ਦੇ ਸੁਸਾਇਟੀ 'ਚ ਕੋਈ ਜਗ੍ਹਾ ਹੀ ਨਹੀਂ। ਕਿਸੇ ਨੇ ਇਹ ਨਹੀਂ ਇਲਜ਼ਾਮ ਲਾਇਆ ਕਿ ਬੇਅਦਬੀ ਕਿਸੇ ਸਿਆਸੀ ਵਿਅਕਤੀ ਨੇ ਕੀਤੀ ਹੈ, ਲੇਕਿਨ ਹਾਲਾਤ ਜਿਹੜੇ ਬਣੇ, ਜਿਹੜੇ ਕਾਰਨ ਬਣੇ, 120 ਵੀ ਸਾਜ਼ਿਸ਼ ਦੀ ਧਾਰਾ ਹੈ। ਅਸੀਂ ਵੀ ਇੱਥੋਂ ਕੋਈ ਗੱਲ ਕਰਦੇ ਆ, ਉਹਦਾ ਅਸਰ ਕਿਤੇ ਗਲਤ ਹੁੰਦਾ ਹੈ ਤੇ ਸਾਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਜਾਂ ਕੀਤਾ ਜਾ ਸਕਦਾ। ਸੋ ਸਵਾਲ ਇਹ ਆ ਕਿ ਜਿਹੜੀਆਂ ਘਟਨਾਵਾਂ ਦ੍ਰਿਸ਼ਟੀਗੋਚਰ ਹੋਈਆਂ ਵੱਖ-ਵੱਖ ਜਾਂਚ ਚ, ਭਾਵੇਂ ਉਹ ਜਸਟਿਸ ਰਣਜੀਤ ਸਿੰਘ ਵਾਲੀ ਹੋਵੇ, ਜਸਟਿਸ ਜੋਰਾ ਸਿੰਘ ਵਾਲੀ ਰਿਪੋਰਟ ਤਾਂ ਇਹਨਾਂ ਦੀ ਆਪਣੀ ਸੀ, ਉਹ ਵੀ ਜਨਤਕ ਨਾ ਕੀਤੀ, ਉਹਦੇ ਤੇ ਕਦੇ ਟਿੱਪਣੀ ਨਾ ਕੀਤੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਵਿਰੋਧਤਾ ਕੀਤੀ, ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਦੀ ਵਿਰੋਧਤਾ ਕੀਤੀ, SIT ਜਿਹੜੀ ਪ੍ਰਬੋਧ ਕੁਮਾਰ ਵਾਲੀ ਸੀ। ਇਸ ਤੋਂ ਅੱਗੇ ਆਉਂਦਿਆਂ ਹੁਣ ਤੱਕ ਜਿਹੜੀਆਂ ਚੀਜ਼ਾਂ ਤੁਹਾਡੇ ਪੀਰੀਅਡ ਦੇ ਵਿੱਚ ਸਾਫ਼ ਹੋ ਜਾਣੀਆਂ ਸੀ 2017 ਤੋਂ ਪਹਿਲਾਂ ਸਰਕਾਰ 'ਚ, ਉਹ ਅੱਗੇ ਵੱਧ ਗਈਆਂ। ਹੁਣ ਸਵਾਲ ਇਹ ਆ, 4.5 ਸਾਲ ਤਾਂ ਛੱਡੋ, ਪਹਿਲੇ 17 ਮਹੀਨਿਆਂ 'ਚ ਵੀ ਨਹੀਂ ਹੋਇਆ ਕੁਝ, 15 ਮਹੀਨੇ, 17 ਮਹੀਨੇ, 18 ਮਹੀਨੇ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਜਿਹੜੇ ਬਾਕੀ ਸਵਾਲ ਸੀ, ਚੰਗਾ ਹੁੰਦਾ ਉਹਨਾਂ ਦਾ ਜਵਾਬ ਵੀ ਦੇ ਦਿੰਦੇ ਕਿ ਕਿੰਨਾ ਹਾਲਾਤਾਂ ਦੇ ਵਿੱਚ ਸੌਦਾ ਸਾਧ ਦੀ ਮਾਫੀ ਹੋਈ, ਕਿੰਨਾ ਹਾਲਾਤਾਂ ਵਿੱਚ ਉਹਦੀ ਫਿਲਮ ਚੱਲੀ ਜਾਂ ਨਾ ਚੱਲੀ, ਰੋਕੀ ਗਈ, ਪੰਜਾਬੀਆਂ ਦਾ ਵਿਰੋਧ ਹੋਇਆ, ਸੜਕਾਂ ਤੇ ਲੋਕ ਉਤਰੇ, ਉਹਨੂੰ ਪਰਮਿਸ਼ਨ ਮਿਲੀ, ਉੱਤੇ ਰੋਕ ਲੱਗੀ, ਫਿਰ ਪਰਮਿਸ਼ਨ ਮਿਲੀ, ਫਿਰ ਉਹਨੂੰ ਰੋਕਿਆ ਗਿਆ ਲੋਕਾਂ ਵੱਲੋਂ। ਸੋ ਇਹ ਸਾਰੇ ਘਟਨਾਕ੍ਰਮ ਦੇ ਵਿੱਚੋਂ ਆਪਸੀ ਵਿਰੋਧ ਪੈਦਾ ਹੋਇਆ, ਆਪਸੀ ਵਿਰੋਧ ਦੇ ਵਿੱਚੋਂ ਬੇਅਦਬੀ ਦੀਆਂ ਘਟਨਾਵਾਂ ਨਿਕਲਦੀਆਂ ਤੇ ਘਟਨਾਵਾਂ ਹੋਣ ਤੋਂ ਬਾਅਦ ਦੋਸ਼ੀ ਫੜੇ ਨਹੀਂ ਗਏ। ਦੋਸ਼ੀ ਫੜੇ ਨਹੀਂ ਗਏ ਤਾਂ ਫਿਰ ਉਹ ਅੰਗ ਗੁਰੂ ਮਹਾਰਾਜ ਦੇ ਪਾੜ ਦਿੱਤੇ ਗਏ, ਖਿਲਾਰ ਦਿੱਤੇ ਗਏ, ਫਿਰ ਨਹੀਂ ਦੋਸ਼ੀ ਫੜੇ ਗਏ, ਫਿਰ ਸਰਕਾਰ ਪਲਟ ਜਾਂਦੀ ਹੈ ਤੇ ਉਸ ਤੋਂ ਬਾਅਦ ਸਿਲਸਿਲਾ ਹੈ ਕਮਿਸ਼ਨ ਦਰ ਕਮਿਸ਼ਨ, SIT ਦਰ SIT। ਕੀ ਕਰੀਏ ਬਾਦਲ ਸਾਹਿਬ, ਸਾਰੀਆਂ ਗੱਲਾਂ ਦਾ ਨਿਚੋੜ ਕੱਢਦੇ ਚੰਗਾ ਹੋਣਾ ਸੀ। ਦੇਖੋ, ਸਭ ਤੋਂ ਪਹਿਲੀ ਗੱਲ ਇਹ ਆ ਕਿ ਘਟਨਾ ਜਿਹੜੀ ਬੁਰਜ ਜਵਾਹਰ ਸਿੰਘ ਵਾਲਾ, ਉਹ ਕਿਹਦੇ ਸਮੇਂ ਤੇ ਵਾਪਰਦੀ ਹੈ ਜੀ? ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਮੇਂ ਤੇ। ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖੰਡਿਤ ਹੋਣ ਦੀ ਘਟਨਾ, ਉਹ ਵੀ ਇਹਨਾਂ ਦੇ ਰਾਜਕਾਲ 'ਚ ਵਾਪਰਦੀ ਹੈ ਜੀ। ਉਹਦੇ ਤੋਂ ਪਹਿਲਾਂ ਜਿਹੜਾ ਡੇਰਾ ਸੱਚਾ ਸੌਦਾ ਜਿਹੜਾ ਆ, ਜਿਹੜਾ ਗੁਰਮੀਤ ਰਾਮ ਰਹੀਮ ਤੇ ਦੋਸ਼ ਲੱਗਦੇ ਨੇ ਕਿ ਇਹ ਦਸਮ ਪਾਤਸ਼ਾਹ ਦੀ ਪੁਸ਼ਾਕ ਤੇ ਖੰਡੇ ਪਾਟੇ ਦੀ ਪਹੁਲ ਦਾ ਸਵਾਂਗ ਰਚਦਾ ਜੀ, ਉਹ ਵੀ ਤੇ ਸਾਰਾ ਕੁਝ ਇਹਨਾਂ ਦੇ ਸਾਹਮਣੇ ਹੋਇਆ ਜੀ। ਇਹ ਵੀ ਸਿੱਧ ਦੱਸ ਦੇਣਾ ਚਾਹੀਦਾ ਇਹਨਾਂ ਨੂੰ ਕਿ ਡੇਰਾ ਸਿਰਸਾ ਦੇ ਮੁਖੀ ਦੇ ਖਿਲਾਫ ਜਿਹੜੀ ਪਹਿਲੀ ਸ਼ਿਕਾਇਤ ਹੈ, ਉਹ ਕਰਨ ਵਾਲਾ ਬਠਿੰਡੇ ਤੋਂ ਅਕਾਲੀ ਦਲ ਦਾ ਪ੍ਰਧਾਨ ਹੈ ਰਜਿੰਦਰ ਸਿੰਘ ਸਿੱਧੂ ਜੀ, ਜਿਹੜਾ ਕਿ ਬਕਾਇਦਾ ਅਦਾਲਤਾਂ ਤੱਕ ਜਾਂਦਾ ਹੈ ਜੀ ਡੇਰੇ ਦੇ ਖਿਲਾਫ। ਉਹ ਕੋਈ ਬਾਹਰ ਦਾ ਸ਼ਖਸ ਨਹੀਂ। ਜਦੋਂ ਉੱਥੇ ਮਈ ਸ਼ਾਇਦ ਜੁਲਾਈ ਦੇ ਵਿੱਚ ਡੇਰੇ ਸਰਸੇ ਦੇ ਖਿਲਾਫ ਹੁਕਮਨਾਮਾ ਹੁੰਦਾ ਤਲਵੰਡੀ ਸਾਬੋ ਤੋਂ ਜੀ, ਉਸ ਵੇਲੇ ਅਕਾਲੀ ਦਲ ਦਾ ਸਮੁੱਚਾ ਜਿਹੜਾ ਹੈਗਾ ਲੀਡਰਸ਼ਿਪ ਹੈ, ਉਸ ਜਗ੍ਹਾ ਤੇ ਮੌਜੂਦ ਹੈ। ਆਖਿਰਕਾਰ ਉਹ ਜਿਹੜਾ ਫੈਸਲਾ ਪੰਜ ਸਿੰਘ ਸਾਹਿਬਾਨ ਨੇ, ਜਥੇਦਾਰਾਂ ਨੇ ਉੱਥੋਂ ਲਿਆ, ਉਹ ਅਕਾਲੀ ਦਲ ਦੀ ਮੌਜੂਦਗੀ ਵਿੱਚ ਲਿਆ। ਅਕਾਲੀ ਦਲ ਉਸ ਹੁਕਮਨਾਮੇ ਨੂੰ ਮੰਨਣ ਦਾ ਪਾਬੰਦ ਸੀ ਕਿ ਡੇਰਾ ਸਿਰਸਾ ਤੇ ਇਹਦੇ ਜਿਹੜੇ ਪੈਰੋਕਾਰ ਨੇ ਉਹਨਾਂ ਨਾਲ ਕੋਈ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ ਜੀ। ਲੇਕਿਨ ਉਹਦੇ ਤੋਂ ਬਾਅਦ ਕੀ ਹੁੰਦਾ ਕਿ 24 ਸਤੰਬਰ 2015 ਨੂੰ ਅਚਨਚੇਤ ਜਥੇਦਾਰ ਜਿਹੜੇ ਨੇ ਉਹ ਡੇਰਾ ਸਿਰਸਾ ਨੂੰ ਮੁਆਫੀ ਦੇ ਦਿੰਦੇ ਜੀ, ਜਿਹਦੇ ਬਾਰੇ ਬਾਅਦ ਚ ਪਤਾ ਲੱਗਾ ਡੇਰੇ ਨੇ ਵੀ ਖਿਸਾਬ ਕੀਤਾ ਕਿ ਅਸੀਂ ਤੇ ਮਾਫੀ ਮੰਗੀ ਨਹੀਂ, ਅਸੀਂ ਤੇ ਕੋਈ ਪੱਤਰ ਹੀ ਨਹੀਂ ਲਿਖਿਆ, ਅਸੀਂ ਤੇ ਮਾਫੀ ਮੰਗੀ ਨਹੀਂ। ਲੇਕਿਨ ਬਾਅਦ ਚ ਪੱਤਰ ਪੈਦਾ ਵੀ ਕਰ ਲਿਆ ਗਿਆ, ਪੈਦਾ ਕਰ ਲਿਆ ਗਿਆ ਨਹੀਂ ਹੈ ਉਹ ਬਾਅਦ ਚ, ਉਹ ਵੀ ਬਿਨ ਉਹਦੇ ਚ, ਜੇ ਤੁਸੀਂ ਪੜੋ ਪੱਤਰ, ਜੇ ਤੁਹਾਡੇ ਕੋਲ ਹੋਵੇ, ਮੇਰੇ ਕੋਲ ਤੇ ਹੈ, ਉਹਦੇ ਵਿੱਚ ਕਿਧਰੇ ਲਫ਼ਜ਼ ਮਾਫੀ ਮੰਗੀ ਹੈ ਹੀ ਨਹੀਂ ਹੈ। ਹਾਂ, ਬਿਲਕੁਲ ਬਿਲਕੁਲ। ਹੁਣ ਕਾਰਨ ਇਹ ਆ ਕਿ ਉਹਦੇ ਤੋਂ ਬਾਅਦ ਜਦੋਂ ਸੰਗਤ ਦਾ ਰੋਹ ਜਾਗਦਾ, ਸਿੱਖਾਂ ਦਾ ਰੋਹ ਜਾਗਦਾ, ਉਹੀ ਹੁਕਮਨਾਮਾ ਜਿਹੜਾ ਆਦੇਸ਼ ਆ ਅਕਾਲ ਤਖਤ ਦਾ, ਉਹ ਵਾਪਸ ਲੈ ਲਿਆ ਜਾਂਦਾ 16 ਅਕਤੂਬਰ 2015 ਨੂੰ। ਬਿਲਕੁਲ। ਲੇਕਿਨ ਉਹਦੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਉਸ ਆਦੇਸ਼ ਨੂੰ ਸਹੀ ਸਾਬਤ ਕਰਨ ਲਈ 92 ਲੱਖ ਰੁਪਈਆ ਗੁਰੂ ਦੀ ਗੋਲਕ ਵਿੱਚੋਂ ਖਰਚਦੀ ਆ ਇਸ਼ਤਿਹਾਰ ਦੇ ਰੂਪ ਵਿੱਚ, ਬਈ ਇਹ ਸਭ ਠੀਕ ਹੋਇਆ, ਇਹਦੇ ਨਾਲ ਭਾਈਚਾਰਾ ਕਾਇਮ ਹੋਊਗਾ, ਭਾਈਚਾਰਾ ਕਾਇਮ ਰਹੂਗਾ। ਹੁਣ ਸਵਾਲ ਇਹ ਹੋਈ ਆ ਕਿ ਜਦੋਂ ਇਹ ਸਾਰਾ ਕੁਝ ਹੁੰਦਾ ਤੇ ਫਿਰ ਜਦੋਂ ਇਹ ਬਾਰ-ਬਾਰ ਕਿਹਾ ਜਾਂਦਾ ਕਿ ਸ਼੍ਰੋਮਣੀ ਕਮੇਟੀ 'ਚ ਅਸੀਂ ਦਖਲ ਨਹੀਂ ਦਿੰਦੇ,
ਲੇਕਿਨ ਜਿਹੜੇ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਮੈਂਬਰ ਨੇ ਉਹ ਅਕਾਲੀ ਦਲ ਦੇ ਮੈਂਬਰ ਜ਼ਰੂਰ ਨੇ, ਅਕਾਲੀ ਦਲ ਦੇ ਆਪਣੇ ਨੇ ਜੀ, ਤੇ ਫਿਰ ਸਾਰਾ ਕੁਝ ਤੇ ਘਰ ਦੇ ਵਿੱਚ ਸੀ। ਇੱਕ ਚਿੱਠੀ ਜਿਹੜੀ ਆ ਮੈਂ ਬਹੁਤ ਸਪਸ਼ਟ ਕਰਨਾ ਚਾਹੁੰਦਾ ਕਿ 17 ਅਕਤੂਬਰ 2015 ਨੂੰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ, ਦਰਬਾਰ ਸਾਹਿਬ ਮੱਥਾ ਟੇਕਦੇ ਨੇ, ਅਕਾਲ ਤਖਤ ਸਾਹਿਬ ਮੱਥਾ ਟੇਕਦੇ ਨੇ ਔਰ ਬਕਾਇਦਾ ਉਸ ਵੇਲੇ ਦੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਹੋਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਚਿੱਠੀ ਦੇ ਜਾਂਦੇ ਨੇ ਜੀ, ਜਿਹੜੀ ਦੇਰ ਸ਼ਾਮ ਤੱਕ ਉਹ ਚਿੱਠੀ ਬਾਹਰ ਜਨਤਕ ਹੋ ਜਾਂਦੀ ਜੀ। ਉਹਦੀ ਸ਼ਬਦਾਵਲੀ ਬੜੀ ਸਪਸ਼ਟ ਹੈ ਕਿ ਬਤੌਰ ਪ੍ਰਮੁੱਖ ਸ਼ਾਸਕ ਮੈਨੂੰ ਕੁਝ ਸਖਤ ਫੈਸਲੇ ਲੈਣੇ ਪੈਂਦੇ ਨੇ। ਜਦੋਂ ਇਹ ਸਾਰਾ ਕੁਝ ਵਾਪਰ ਚੁੱਕਾ ਹੈ ਤੇ ਉਹਦੇ ਤੋਂ ਬਾਅਦ ਤੁਹਾਨੂੰ ਯਾਦ ਹੋਵੇ ਕਿ ਇੱਕ ਪ੍ਰੈਸ ਕਾਨਫਰੰਸ ਬੜੀ ਮਸ਼ਹੂਰ ਸੀ ਜਿਹਦੇ ਵਿੱਚ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਤੇ ਸਾਧ ਸੁਖਬੀਰ ਸਿੰਘ ਬਾਦਲ ਬੈਠੇ ਨੇ, ਜਿਹੜੇ ਕਹਿੰਦੇ ਨੇ ਕਿ ਇਹ ਜਿਹੜਾ ਸਾਰਾ ਕਾਂਡ ਆ, ਬੇਅਦਬੀ ਕਾਂਡ ਆ, ਇਹਦੇ ਤਾਰ ਵਿਦੇਸ਼ਾਂ 'ਚ ਜੁੜੇ ਹੋਏ ਨੇ। ਜੀ ਜੀ ਜੀ। ਆਖਰਕਾਰ ਉਹ ਕਹਿਣ ਵਾਲੇ, ਉਹ ਜਿਹੜੀ ਪ੍ਰੈਸ ਕਾਨਫਰੰਸ ਕਰਨ ਵਾਲੇ, ਉਹ ਸਿਰਫ ਇਹ ਦੋ ਸ਼ਖਸ ਨੇ ਜੀ। ਲੇਕਿਨ ਉਹਦੇ ਤੋਂ ਬਾਅਦ ਇੱਕ ਐਸਾ ਦੌਰ ਵੀ ਆਉਂਦਾ ਜਦੋਂ ਸੁਮੇਧ ਸੈਣੀ ਦਾ ਇੱਕ ਬਿਆਨ ਅਖਬਾਰਾਂ 'ਚ ਛਪਦਾ, ਜਿਹੜੇ ਲੋਕ ਅੱਜ ਵੀ ਸੰਭਾਲ ਕੇ ਬੈਠੇ ਨੇ ਕਿ ਇਹ ਸਾਰਾ ਕੁਝ ਜੋ ਕੁਝ ਹੋਇਆ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਤੇ ਹੋਇਆ, ਇਹ ਅਸੀਂ ਨਹੀਂ ਕਹਿ ਰਹੇ, ਇਹ ਉਹ ਜਿਹੜੀਆਂ ਅਖਬਾਰਾਂ ਨੇ, ਜਿਹੜੀ ਲੋਕ ਸੰਭਾਲੀ ਬੈਠੇ ਨੇ, ਉਹ ਨੇ ਜੀ। ਲੇਕਿਨ ਸਵਾਲ ਇਹ ਆ ਕਿ ਤੁਸੀਂ ਜਾਂਚ ਕਿਹਨੂੰ ਸੌਂਪੀ? ਸੀਬੀਆਈ ਨੂੰ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸੁਮੇਧ ਸੈਣੀ ਦੀ ਜੀ, ਜਿਹੜੀ ਗੱਲ ਉਹਨਾਂ ਨੇ ਕਹੀ ਆ ਬੁਰਜ ਜਵਾਰ ਸਿੰਘ ਵਾਲੇ 'ਚ, ਅੱਛਾ, ਜਿਹਦੇ 'ਚ ਮੁੰਡਾ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਫੜੇ ਜਾਂਦੇ। ਲੇਕਿਨ ਕੀ ਉਦੋਂ ਉਹ ਡੀਜੀਪੀ ਸੀਗੇ? ਬਿਲਕੁਲ, ਉਹਦਾ ਡੀਜੀਪੀ ਸੀ। ਉਹਦੇ ਤੋਂ ਬਾਅਦ ਉਹਨਾਂ ਨੂੰ ਬਦਲਿਆ ਗਿਆ। ਉਹਨਾਂ ਨੂੰ ਕਹਿਣ ਦੀ ਕੀ ਲੋੜ ਪੈ ਗਈ ਕਿ ਇਹ, ਕਿਉਂਕਿ ਜਾਂਚ ਕੀਤੀ ਇਹਨਾਂ ਨੇ ਆਪਣੇ ਵੱਲੋਂ, ਕੋਈ ਤੇ ਜਾਂਚ ਹੋਈ ਹੋਏਗੀ, ਕੋਈ ਰਿਕਾਰਡਡ ਹੈ। ਬਿਲਕੁਲ ਜੀ। ਪ੍ਰੈਸ ਨੋਟ ਸਾਰਾ ਜਿਹੜਾ ਅਖਬਾਰ ਦੀ ਕਟਿੰਗ ਆ, ਤੁਸੀਂ ਉਹਨੂੰ ਨਾ ਤਾਂ ਨਹੀਂ ਕਰ ਸਕਦੇ। ਨਹੀਂ, ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਤੇ ਕੀ ਹੋਇਆ ਇਹ ਵੀ ਸਪਸ਼ਟ ਕਰ ਦਿੰਦੇ ਤੇ ਚੰਗਾ ਸੀ, ਕਿਉਂਕਿ ਤੁਸੀਂ ਜ਼ਿੰਮੇਵਾਰੀ ਕਿਉਂ ਲੈ ਰਹੇ ਹੋ? ਇਹ ਜੋ ਹੋਇਆ, ਕੀ ਹੋਇਆ, ਕਿੱਥੋਂ ਤੱਕ ਹੋਇਆ, ਬਾਦਲ ਸਾਹਿਬ ਨੇ ਕੀ ਕਿਹਾ, ਇਹ ਅਜੇ ਸੁਮੇਧ ਸੈਣੀ ਨੇ ਰਿਵੀਲ ਨਹੀਂ ਕੀਤਾ। ਇਹ ਇੱਕ ਪੱਖ ਆ। ਲੇਕਿਨ ਮੈਂ ਸਭ ਤੋਂ ਪਹਿਲਾਂ, ਕਿਉਂਕਿ ਮੈਂ ਸਰਦਾਰ ਸਾਹਿਬ ਤੋਂ ਹੋਰ ਡਿਟੇਲ ਲੈਣੀ ਹੈ, ਇਹਨਾਂ ਕੋਲ ਕਾਫੀ ਡਾਟਾ ਹੁੰਦਾ ਇਹਨਾਂ ਮਾਮਲਿਆਂ 'ਚ, ਲੇਕਿਨ ਜਿਹੜਾ ਸੁਖਬੀਰ ਸਿੰਘ ਬਾਦਲ ਲਿਖਦੇ ਆ ਉਹ ਬੜਾ ਅਹਿਮ ਆ। ਮੈਂ ਤੁਹਾਨੂੰ ਅੱਖਰ ਅੱਖਰ ਸੁਣਾਉਣਾ ਹੈ। ਇਹ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਫੇਸਬੁੱਕ ਪੇਜ ਤੇ ਜਾ ਕੇ ਦੇਖ ਸਕਦੇ ਹੋ। ਉਹ ਕਹਿੰਦੇ ਆ ਕਿ ਬਹੁਤ ਸਾਰੇ ਕਾਂਗਰਸੀ ਅਤੇ ਉਹਨਾਂ ਦੇ ਪ੍ਰਤੱਖ ਜਾਂ ਗੁਪਤ ਸਹਿਯੋਗੀ ਜ਼ੋਰ ਸ਼ੋਰ ਨਾਲ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਕੋਲ ਇਸ ਗੱਲ ਦੇ ਠੋਸ ਅਤੇ ਝੁਠਲਾਏ ਨਾ ਜਾ ਸਕਣ ਵਾਲੇ ਸਬੂਤ ਹਨ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਘਿਨਾਉਣਾ ਪਾਪ ਕਿਸੇ ਨੇ ਯੋਜਨਾਬੱਧ ਕੀਤਾ। ਕਿਸ ਨੇ ਯੋਜਨਾਬੱਧ ਕੀਤਾ, ਕਿਸ ਨੇ ਸਰਪ੍ਰਸਤੀ ਦਿੱਤੀ ਅਤੇ ਕਿਸ ਨੇ ਇਹ ਨੇਪਰੇ ਚਾੜਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨੂੰ 4.5 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ। ਮੈਂ ਹੈਰਾਨ ਹਾਂ ਕਿ ਜੇ ਉਹਨਾਂ ਕੋਲ ਇੰਨੇ ਠੋਸ ਸਬੂਤ ਹਨ ਤਾਂ ਉਹ ਇਹਨਾਂ ਨੂੰ ਖਾਲਸਾ ਪੰਥ, SIT, ਅਦਾਲਤ ਅਤੇ ਪੰਜਾਬ ਸਮੇਤ ਦੁਨੀਆ ਭਰ ਦੇ ਬਾਕੀ ਲੋਕਾਂ ਤੋਂ ਲੁਕੋ ਕਿਉਂ ਰਹੇ ਹਨ। ਅੱਗੇ ਉਹ ਲਿਖਦੇ ਆ ਕਿ ਮੇਰੀ ਉਹਨਾਂ ਨੂੰ ਅੱਜ ਵੀ ਪੁਰਜ਼ੋਰ ਅਪੀਲ ਆ ਕਿ ਜਿਸ ਕਿਸੇ ਦੇ ਵੀ ਖਿਲਾਫ ਉਹਨਾਂ ਕੋਲ ਬੇਅਦਬੀ ਦੇ ਦੁਖਦਾਈ ਹਾਦਸੇ ਦੇ ਜਿਹੜੇ ਵੀ ਠੋਸ ਅਤੇ ਸੱਚੇ ਸਬੂਤ ਅਤੇ ਜੋ ਵੀ ਵੇਰਵੇ ਹਨ, ਉਹ ਉਹਨਾਂ ਨੂੰ ਖਾਲਸਾ ਪੰਥ, ਅਦਾਲਤ, SIT ਅਤੇ ਆਮ ਲੋਕਾਂ ਦੇ ਸਾਹਮਣੇ ਪੇਸ਼ ਕਰਨ। ਜੇ ਸੱਚਮੁੱਚ ਉਹਨਾਂ ਕੋਲ ਅਜਿਹੇ ਸਬੂਤ ਹਨ ਜਿਨ੍ਹਾਂ ਦਾ ਉਹ ਇੰਨੇ ਸਾਲਾਂ ਤੋਂ ਦਾਅਵਾ ਕਰਦੇ ਆ ਰਹੇ ਹਨ, ਤਾਂ ਉਹਨਾਂ ਨੇ ਸਮੁੱਚੇ ਖਾਲਸਾ ਪੰਥ ਅਤੇ ਹੋਰਾਂ ਨੂੰ ਇੰਨੇ ਲੰਬੇ ਸਮੇਂ ਤੋਂ ਇਸ ਅਕਹਿ ਤੇ ਅਸਹਿ ਪੀੜ ਵਿੱਚੋਂ ਕਿਉਂ ਲੰਘਣ ਦਿੱਤਾ। ਉਹਨਾਂ ਨੂੰ ਖਾਲਸਾ ਪੰਥ, SIT ਅਤੇ ਅਦਾਲਤਾਂ ਸਮੇਤ ਹੋਰ ਸਭਨਾਂ ਨੂੰ ਵੀ ਜਵਾਬ ਦੇਣਾ ਪਏਗਾ ਕਿ ਉਹਨਾਂ ਇਹਨਾਂ ਸਬੂਤਾਂ ਨੂੰ ਸਿੱਖ ਕੌਮ, SIT ਤੇ ਅਦਾਲਤਾਂ ਤੋਂ ਲੁਕੋ ਕੇ ਕਿਉਂ ਰੱਖਿਆ, ਜਦ ਕਿ ਇਹ ਗੱਲ ਉਹ ਚੰਗੀ ਤਰ੍ਹਾਂ ਸਮਝਦੇ ਸੀ ਕਿ ਬੇਅਦਬੀ ਦੇ ਦਰਦਨਾਕ ਘਟਨਾਕ੍ਰਮ ਤੇ ਨੇ ਦੁਨੀਆ ਭਰ ਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਦਿਲ, ਮਨ ਅਤੇ ਆਤਮਾ ਤੇ ਜ਼ਖਮ ਦਿੱਤੇ ਹਨ ਅਤੇ ਹਰ ਕੋਈ ਚਾਹੁੰਦਾ ਹੈ ਕਿ ਦੋਸ਼ੀ ਨੂੰ ਛੇਤੀ ਤੋਂ ਛੇਤੀ ਬੇਨਕਾਬ ਕੀਤਾ ਜਾਵੇ ਅਤੇ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਹਾਲਾਂਕਿ ਅਸੀਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਨਾ ਤਾਂ ਸਾਨੂੰ ਸਿਆਸਤ ਤੋਂ ਪ੍ਰੇਰਿਤ ਪਿਛਲੀ SIT ਤੇ ਕੋਈ ਭਰੋਸਾ ਹੈ ਤੇ ਨਾ ਹੀ ਅਸੀਂ ਉਮੀਦ ਕਰਦੇ ਹਾਂ ਕਿ ਮੌਜੂਦਾ SIT ਨੂੰ ਸਿਆਸੀ ਦਖਲਅੰਦਾਜ਼ੀ ਤੋਂ ਬਿਨਾਂ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸ ਦੇ ਬਾਵਜੂਦ ਅਸੀਂ ਪਿਛਲੀ SIT ਅੱਗੇ ਪੇਸ਼ ਵੀ ਹੋਏ ਤੇ ਉਹਨਾਂ ਨੂੰ ਪੂਰਾ ਸਹਿਯੋਗ ਵੀ ਦਿੱਤਾ। ਬਿਲਕੁਲ ਇਸੇ ਤਰ੍ਹਾਂ ਅਸੀਂ ਮੌਜੂਦਾ SIT ਨੂੰ ਵੀ ਪੂਰਾ ਸਹਿਯੋਗ ਦੇਵਾਂਗੇ। ਹਾਲਾਂਕਿ ਹਰ ਕੋਈ ਜਾਣਦਾ ਹੈ ਕਿ SIT ਦੇ ਗਠਨ ਪਿੱਛੇ ਕਾਂਗਰਸ ਸਰਕਾਰ ਦਾ ਮੰਤਵ ਸਿੱਖ ਸੰਗਤ ਦੀ ਭਾਵਨਾ ਨਾਲ ਖੇਡ ਕੇ ਸਦਾ ਸਿਆਸੀ ਬਦਲਾਖੋਰੀ ਪਗਾਉਣਾ ਹੀ ਰਿਹਾ ਹੈ। ਫਿਰ ਵੀ ਅਸੀਂ ਇਸ SIT ਨਾਲ ਵੀ ਪੂਰਾ ਸਹਿਯੋਗ ਕਰਾਂਗੇ ਕਿਉਂਕਿ ਅਸੀਂ ਦੇਸ਼ ਦੇ ਕਾਨੂੰਨ ਅਤੇ ਨਿਆਂਪਾਲਕਾਂ ਨੂੰ ਸਭ ਤੋਂ ਉੱਤੇ ਰੱਖਦੇ ਹਾਂ ਤੇ ਸਤਿਕਾਰ ਦਿੰਦੇ ਹਾਂ। ਅਗਲਾ ਪੱਖ ਹੋਰ ਅਹਿਮ ਆ, ਉਹ ਨਾਂ ਲੈਂਦੇ ਨੇ। ਉਹ ਕਹਿੰਦੇ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ
ਸੁਖਜਿੰਦਰ ਸਿੰਘ ਰੰਧਾਵਾ ਵਰਗੇ ਕਾਂਗਰਸੀਆਂ ਤੇ ਭਗਵੰਤ ਮਾਨ ਵਰਗੇ ਜਿਹੜੇ ਇੰਨੇ ਸਾਲਾਂ ਤੋਂ ਇਹ ਦਾਅਵਾ ਕਰਦੇ ਆ ਰਹੇ ਨੇ ਕਿ ਉਹਨਾਂ ਕੋਲ ਇਸ ਮਾਮਲੇ ਦੇ ਸਬੂਤ ਹਨ, ਇਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਤੀ ਕੀਤੇ ਬੇਅਦਬੀ ਦੇ ਇਸ ਘੋਰ ਪਾਪ ਦੇ ਅਸਲ ਦੋਸ਼ੀ ਖਿਲਾਫ ਸਬੂਤਾਂ ਨੂੰ ਲੁਕੋ ਕੇ ਨਾ ਰੱਖੋ। ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਦੁਨੀਆ ਭਰ ਚ ਵਸਦੇ ਸਿੱਖ ਪੰਥ SIT ਤੇ ਅਦਾਲਤ ਅੱਗੇ ਇਸ ਗੱਲ ਦਾ ਕਾਰਨ ਵੀ ਸਪਸ਼ਟ ਕਰਨ ਕਿ ਇਸ ਸੱਚ ਨੂੰ ਹੁਣ ਤੱਕ ਉਹਨਾਂ ਨੇ ਕਿਉਂ ਨਹੀਂ ਬੋਲਿਆ ਤੇ 4.5 ਸਾਲ ਤੋਂ ਇਹ ਸਬੂਤ ਲੁਕੋਈ ਕਿਉਂ ਰੱਖੇ ਅਤੇ ਜਾਣਬੁੱਝ ਕੇ ਸਚਾਈ ਨੂੰ ਲੁਕੋ ਕੇ ਉਹਨਾਂ ਨੇ ਸਾਰੇ ਸੰਸਾਰ ਦੇ ਸਿੱਖਾਂ ਦੇ ਦਿਲਾਂ ਤੇ ਰੂਹਾਂ ਨੂੰ ਜੋ ਐਡੀ ਵੱਡੀ ਠੇਸ ਮਾਰੀ ਹੈ, ਉਸ ਦਾ ਕਾਰਨ ਕੀ ਹੈ। ਇਹ ਦੇਖੋ ਬੜੇ ਵੱਡੇ ਸਵਾਲ ਖੜੇ ਕੀਤੇ ਆ, ਪਰ ਇਹਦੇ ਅਗਲੇ ਤੇ ਪਿਛਲੇ ਪੱਖ ਛੱਡ ਦਿੱਤੇ। ਪਹਿਲਾ ਸਵਾਲ ਮੇਰਾ ਕਿ ਜਾਂਚ ਤੁਸੀਂ ਵੀ ਸ਼ੁਰੂ ਕਰਵਾਈ ਸੀ। ਹਾਂ, FIR ਪਹਿਲੀ FIR ਜਿਹੜੀ ਆ ਬੁਰਜ ਜਵਾਰ ਸਿੰਘ ਵਾਲਾ ਜਾਂ ਕੋਟਕਪੂਰੇ ਵਾਲੀ ਜੀ ਜਾਂ ਜਿਹੜੀ ਤੁਹਾਡੇ ਬਹਿਬਲ ਗੋਲੀ ਕਾਂਡ ਵਾਲੀ ਆ, ਉਹ ਕਾਂਗਰਸ ਸਰਕਾਰ ਵੇਲੇ ਨਹੀਂ ਹੋਈ ਦਰਜ, ਉਹ ਤੁਹਾਡੇ ਕਾਰਜਕਾਲ ਦੌਰਾਨ ਹੋਈ ਹੈ। ਜੇ ਤੁਹਾਡੇ ਰਾਜ ਭਾਗ ਦੇ ਦੌਰਾਨ ਉਹ FIR ਦਰਜ ਹੋਈ ਸੀ, ਤੁਸੀਂ 17 ਮਹੀਨੇ ਇਨਸਾਫ ਨਹੀਂ ਦੇ ਸਕੇ। ਜੀ ਖੁਦ ਸੁਣਨ ਚ ਆਇਆ ਕਿ ਪੁਲਿਸ ਵੀ ਅਣਪਛਾਤੀ ਲਿਖੀ ਗਈ ਸੀ। ਜੀ ਅਣਪਛਾਤੀ ਪੁਲਿਸ ਲਿਖੀ ਗਈ ਸੀ, ਲੇਕਿਨ ਇੱਕ ਵਕਤ ਐਸਾ ਆਇਆ ਜਦੋਂ ਤੁਹਾਡੇ ਤੇ ਦਬਾਅ ਵਧਿਆ ਲੋਕਾਂ ਦਾ ਤੇ DGP ਸੁਮੇਧ ਸੈਣੀ ਨੂੰ ਤਬਦੀਲ ਕਰ ਦਿੱਤਾ ਗਿਆ, ਉਹਨਾਂ ਦੀ ਜਗ੍ਹਾ ਤੇ ਸੁਰੇਸ਼ ਅਰੋੜਾ ਨੂੰ ਲਿਆਂਦਾ ਗਿਆ, ਪੰਜਾਬ ਦਾ DGP। ਉਹੀ ਸੁਰੇਸ਼ ਅਰੋੜਾ ਜਿਹੜੇ ਨੇ ਉਹ ਕੈਪਟਨ ਸਰਕਾਰ ਤੱਕ ਚੱਲਦੇ ਰਹੇ ਨੇ, ਉਹਦੇ ਤੋਂ ਬਾਅਦ ਦਿਨਕਰ ਗੁਪਤਾ ਆਉਂਦੇ ਨੇ। ਜੀ ਇਹ ਇੱਕ ਸੀਕੁਐਂਸ ਜਿਹੜੀ ਤੁਹਾਡੇ ਤੋਂ ਸ਼ੁਰੂ ਹੋਈ ਆ ਕਾਂਗਰਸ ਤੱਕ ਪਹੁੰਚ ਜਾਂਦੀ ਹੈ। ਹੁਣ ਸਵਾਲ ਇਹ ਆ ਕਿ ਜਿੱਥੋਂ ਤੱਕ ਸਬੂਤਾਂ ਦੀ ਗੱਲ ਹੈ, ਸਬੂਤ ਸਭ ਤੋਂ ਪਹਿਲਾਂ ਕਿਹਦੇ ਕੋਲ ਹੋਣੇ ਸਨ? ਜਿਹੜੀ ਸਮੇਂ ਦੀ ਸਰਕਾਰ ਸੀ, ਪੁਲਿਸ ਸੀ ਖਾਸ ਤੌਰ ਤੇ ਮੌਕੇ ਤੇ। ਦੇਖੋ ਸਰਕਾਰ ਦਾ ਮਤਲਬ ਤਾਂ ਸਟੇਟ ਹੈ ਜੀ। ਜਿਹੜੇ ਸਮੇਂ ਦੇ ਉਸ ਵੇਲੇ ਸਿੱਧੇ ਜ਼ਿੰਮੇਵਾਰ ਸਨ, ਸਬੂਤ ਉਹਨਾਂ ਕੋਲ ਸਨ। ਦੂਸਰੀ ਗੱਲ, ਜਿਹੜੀ ਜਾਂਚ ਜਸਟਿਸ ਜੋਰਾ ਸਿੰਘ ਕਮਿਸ਼ਨ ਕੇਸ ਨੇ ਗਠਿਤ ਕੀਤਾ ਜੀ ਅਕਾਲੀ ਭਾਜਪਾ ਸਰਕਾਰ ਨੇ, ਮੈਂ ਇੱਕ ਗੱਲ ਕਰਨ ਲੱਗਾ ਕਿਉਂਕਿ ਬਾਰ-ਬਾਰ ਅਸੀਂ ਸਿਰਫ ਅਕਾਲੀ ਸਰਕਾਰ ਹੀ ਕਹਿ ਦਿੰਦੇ ਹਾਂ, ਅਕਾਲੀ ਭਾਜਪਾ ਗੱਠਜੋੜ ਸਰਕਾਰ ਸੀ। ਨਾ ਬਿਲਕੁਲ ਸਾਂਝੀ ਸੀ। ਦੋਨਾਂ ਧਿਰਾਂ ਨੇ ਦੀ ਸਹਿਮਤੀ ਨਾਲ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਆਈ। ਆਖਰ ਉਹ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਗਈ? ਕੀ ਪਾਰਟੀ ਪ੍ਰਧਾਨ ਜਾਂ ਪਾਰਟੀ ਦੇ ਅਹੁਦੇਦਾਰ ਦਾਅਵੇ ਨਾਲ ਕਹਿ ਸਕਦੇ ਨੇ ਕਿ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਕੁਝ ਨਹੀਂ ਸੀ? ਨਹੀਂ ਸਰਦਾਰ ਸਾਹਿਬ, ਉਦੋਂ ਤੇ ਇਹ ਵੀ ਰੌਲਾ ਪੈਂਦਾ ਰਿਹਾ ਕਿ ਜਸਟਿਸ ਸਾਹਿਬ ਜੋਰਾ ਸਿੰਘ ਉੱਥੇ ਸੈਕਟਰੀਏਟ ਚ ਗਏ, ਉਹਨਾਂ ਦੀ ਰਿਪੋਰਟ ਲੈਣ ਕੋਈ ਨਹੀਂ ਆਇਆ। ਆਖਰ ਥੱਕ ਕਰਕੇ ਕੁਝ ਘੰਟੇ ਬੈਠ ਕੇ ਉਹ ਕਿਸੇ ਕਲਰਕ ਨੂੰ ਹੈਂਡਓਵਰ ਕਰਕੇ ਆਏ, ਜਾਂ ਇੱਕ ਵਾਰੀ ਤਾਂ ਨਾਰਾਜ਼ ਹੋ ਕੇ ਵਾਪਸ ਚਲੇ ਗਏ, ਦੂਜੀ ਵਾਰੀ ਕਿਸੇ ਸੈਕਟਰੀ ਪੱਧਰ ਦੇ ਅਧਿਕਾਰੀ ਨੇ ਆ ਕੇ ਲਈ। ਕੋਈ ਪੋਲੀਟੀਕਲ ਬੰਦਾ ਉਹਨਾਂ ਦੀ ਰਿਪੋਰਟ ਲੈਣ ਨੂੰ ਵੀ ਤਿਆਰ ਨਹੀਂ ਸੀ, ਕੋਈ ਮੰਤਰੀ ਜਿਹੜਾ ਜਾਂ ਕੋਈ ਉਹ ਵੱਡਾ ਅਧਿਕਾਰੀ। ਇਸੇ ਤਰ੍ਹਾਂ ਇੱਕ ਜਨਤਕ, ਜਿਹਨੂੰ ਅਸੀਂ ਕਹਿੰਦੇ ਨਾ ਪਬਲਿਕ ਜਾਂਚ ਕਮਿਸ਼ਨ, ਕਾਟਜੂ ਜਸਟਿਸ ਮਾਰਕੰਡੇ ਕਾਟਜੂ ਜੀ, ਉਹ ਜਦੋਂ ਇੱਕ ਰਿਪੋਰਟ ਤਿਆਰ ਕਰਦੇ ਨੇ, ਉਹ ਵੀ ਰਿਪੋਰਟ ਕੋਈ ਲੈਣ ਨਹੀਂ ਆਉਂਦਾ। ਔਰ ਉਹਦੇ ਤੋਂ ਬਾਅਦ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ, ਤੁਸੀਂ ਕਹਿੰਦੇ ਹੋ ਕਿ ਜਿਹੜੀ ਵੀ ਜਾਂਚ ਕਮਿਸ਼ਨ ਬਣਿਆ ਉਹਦੇ ਪਿੱਛੇ ਕਾਂਗਰਸ ਦੀ ਮਾੜੀ ਭਾਵਨਾ ਸੀ। ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਹੁਣ ਸਵਾਲ ਸਿਰਫ ਇਹ ਦੱਸ ਦਿਓ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਨੂੰ ਗਠਨ ਕਰਨ ਪਿੱਛੇ ਤੇ ਤੁਹਾਡੀ ਭਾਵਨਾ ਨੇਕ ਸੀ? ਸਰਦਾਰ ਸਾਹਿਬ ਦੇਖੋ, ਅਸੀਂ ਵੱਖਰਾ ਕੇ ਨਾ ਦੇਖੀਏ, 4.5 ਸਾਲ ਦੇ ਵਿੱਚ ਕੱਖ ਨਹੀਂ ਹੋਇਆ ਜੀ। 4.5 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਸ ਕੇਸ ਨੂੰ ਪ੍ਰੋਪਰ ਦੇਖ ਨਹੀਂ ਪਾਏ ਜੀ। ਜਿਹੜਾ ਅਧਿਕਾਰੀ ਫੁੱਲ ਟਾਈਮ ਕੰਮ ਕਰ ਰਿਹਾ ਸੀ ਕੁੰਵਰ ਵਿਜੇ ਪ੍ਰਤਾਪ ਜੀ, ਉਹਨੂੰ ਵੀ ਜਿਹੜਾ ਕਾਨੂੰਨੀ ਸ਼ੈਲਟਰ ਨਹੀਂ ਮਿਲਿਆ ਜੀ। ਜੇਕਰ ਉਸ ਅਧਿਕਾਰੀ ਨੇ ਇਹ ਸਭ ਕੁਝ ਛੱਡ ਛਡਾ ਕੇ ਵਾਪਸ ਜਾਣਾ ਠੀਕ ਸਮਝਿਆ ਜੀ, ਤੇ ਇਹਦੇ ਪਿੱਛੇ ਕੋਈ ਕਾਰਨ ਤਾਂ ਰਹੇ ਹੋਣਗੇ। ਮੈਂ ਤੁਹਾਡੇ ਨਾਲ ਥੋੜਾ ਜਿਹਾ ਵਖਰੇਵਾਂ ਰੱਖਾਂਗਾ ਵਿਚਾਰਾਂ ਦਾ ਜੀ। ਤੁਸੀਂ ਵੀ ਜਾਣਦੇ ਹੋ ਤੇ ਅਸੀਂ ਵੀ ਜਾਣਦੇ ਹਾਂ ਕਿ ਐਸੇ ਜਿਹੜੇ ਹਾਈ ਪ੍ਰੋਫਾਈਲ ਕੇਸਿਸ ਨੇ, ਉਹਨਾਂ ਦੇ ਵਿੱਚ ਕਿੰਨੀ ਵਾਰੀ ਜਿਨ੍ਹਾਂ ਲੋਕਾਂ ਨੂੰ ਵੀ ਸੱਦਿਆ ਗਿਆ, ਤੁਹਾਡੇ ਸਾਹਮਣੇ ਆ ਗੁਰਦੀਪ ਸਿੰਘ SHO, ਜਿਹੜਾ ਉੱਥੋਂ ਦਾ ਕੋਈ ਸੰਬੰਧਿਤ SHO ਆ, ਜਿਹੜੇ SP ਜਾਂ DIG ਜਾਂ IG ਜਿਨ੍ਹਾਂ ਦਾ ਨਾਂ ਇਸ ਜਾਂਚ ਕਮਿਸ਼ਨ ਦੇ ਵਿੱਚ ਬੋਲਿਆ, ਜਾਂ ਜਿਨ੍ਹਾਂ ਨੂੰ SIT ਨੇ ਸੱਦਣਾ ਕੀਤਾ, ਕਿ ਉਹ ਸਾਰੇ ਪੈਰ ਤੇ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਨਹੀਂ ਗਏ ਨੇ ਇਸ ਜਾਂਚ ਤੋਂ ਬਚਣ ਲਈ, ਕਦੇ ਆਪਣੀ ਅਦਾਲਤ ਦੇ ਵਿੱਚ ਹਾਜ਼ਰੀ ਤੋਂ ਬਚਣ ਲਈ,
ਫਿਰ ਇਹ ਵੀ ਦੱਸ ਦਿੱਤਾ ਜਾਵੇ ਕਿ ਕੀ ਇੰਨੀਆਂ ਰਾਇਤਾਂ ਜਾਂ ਇੰਨੀ ਕਾਨੂੰਨੀ ਹਿਫਾਜ਼ਤ ਜਿਹੜੀ ਆ ਉਹ ਇੱਕ ਆਮ ਨਾਗਰਿਕ ਨੂੰ ਮਿਲ ਜਾਂਦੀ ਹੈ? ਦੇਖੋ ਸਰਦਾਰ ਸਾਹਿਬ, ਹਾਈ ਪ੍ਰੋਫਾਈਲ ਕੇਸ ਨੇ ਤੇ ਹਾਈ ਪ੍ਰੋਫਾਈਲ ਲੋਕ ਨੇ, ਕੁਝ ਹਾਈ ਪ੍ਰੋਫਾਈਲ ਲੋਕ ਨੇ, ਕੁਝ ਦਿਸ ਰਹੇ ਨੇ, ਕੁਝ ਨਹੀਂ ਦਿਸ ਰਹੇ, ਕੁਝ ਨਹੀਂ ਦਿਸ ਰਹੇ। ਹੁਣ ਇਸ ਤੋਂ ਵੀ ਥੋੜਾ ਜਿਹਾ ਅੱਗੇ ਜਾਇਆ ਜਾਵੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਇਹ ਕਹਿ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਮਗਰ 6 ਮਹੀਨੇ ਬਚੇ ਜੀ, ਸਰਕਾਰ ਦੇ ਕੰਮ ਕਰਨ ਦੇ 6 ਮਹੀਨੇ ਬਚੇ ਜੀ, 6 ਮਹੀਨੇ ਦੇ ਵਿੱਚ ਇੰਨੀਆਂ ਕਾਨੂੰਨੀ ਘੁੰਡੀਆਂ ਹੁੰਦੀਆਂ ਨੇ, ਕੋਈ SIT ਕੋਈ ਹੋਰ ਅੱਗੇ ਤੁਰ ਨਹੀਂ ਸਕੂਗੀ। ਜਿਹੜੇ ਮੁਲਜ਼ਮ ਜਾਂ ਜਿਹਨੂੰ ਦੋਸ਼ੀ ਬਣਾਇਆ ਗਿਆ ਉਹ ਸਾਰੇ ਦੇ ਸਾਰੇ ਚੋਰ ਮੋਰੀਆਂ ਲੱਭ ਲੈਣਗੇ। ਇੱਕ ਐਸੀ ਜੱਜਮੈਂਟ ਪਈ ਹੈ ਜਿਹੜੀ ਹੁਣੇ ਆਈ ਸੀ ਹਾਈ ਕੋਰਟ ਦੀ, ਉਹਨੇ ਕਈ ਰਿਆਇਤਾਂ ਦੇ ਦਿੱਤੀਆਂ, ਕਈ ਰਾਹ ਦੇ ਦਿੱਤੇ ਆ। ਲੇਕਿਨ ਇੱਕ ਸਵਾਲ ਆ, ਇਹ ਜਿਹੜੇ ਸਵਾਲ ਸੁਖਬੀਰ ਜੀ ਨੇ ਕੀਤੇ ਨੇ ਕਾਂਗਰਸੀਆਂ ਨੂੰ ਜਾਂ ਵਿਰੋਧੀਆਂ ਨੂੰ, ਉਹ ਆਪਸੀ ਨੂਰਾ ਕੁਸ਼ਤੀ ਵਾਲੇ। ਮੈਂ ਇੱਕ ਸਵਾਲ ਸੁਣ ਲਓ ਨੂਰਾ ਕੁਸ਼ਤੀ ਵਾਲੇ। ਆਖਰ ਪੰਜਾਬ ਦੇ ਲੋਕ ਇਸ ਮਾਮਲੇ 'ਚ ਕਿਸੇ ਨੂੰ ਸਪੇਅਰ ਕਰਨ ਲਈ ਰੈਡੀ ਕਿਉਂ ਨਹੀਂ ਜੀ? ਨਾ ਤੁਹਾਨੂੰ ਕਰ ਰਹੇ, ਤੁਹਾਨੂੰ ਕੋਈ ਮਾਫੀ ਨਹੀਂ ਮਿਲੀ, ਨਾ ਕੈਪਟਨ ਅਮਰਿੰਦਰ ਸਿੰਘ ਨੂੰ ਮਾਫੀ ਮਿਲੀ। ਬਿਲਕੁਲ, ਕੈਪਟਨ ਅਮਰਿੰਦਰ ਸਿੰਘ ਵੀ ਓਡੇ ਹੀ ਵੱਡੇ ਕਟਹਿਰੇ 'ਚ ਇਸ ਵੇਲੇ ਜਿਹਦੇ ਵਿੱਚ ਅਕਾਲੀ ਖੜੇ। ਨਾ ਤੁਸੀਂ ਇਨਸਾਫ ਦਿੱਤਾ, ਨਾ ਇਹਨਾਂ ਨੇ ਦਿੱਤਾ। ਸਹੀ ਗੱਲ ਹੈ, ਦੋਸ਼ੀ ਬਰਾਬਰ ਦੇ ਆ। ਇਹ ਸਵਾਲ ਦੋਵੇਂ ਤਰ੍ਹਾਂ ਇਕੱਠੇ ਬਹਿ ਕੇ ਫੈਸਲਾ ਕਰਨ। ਉਹ ਕਹਿੰਦੇ ਅਸੀਂ ਦੋਸ਼ੀ ਨਹੀਂ, ਇਹ ਕਹਿੰਦੇ ਅਸੀਂ ਦੋਸ਼ੀ ਨਹੀਂ। ਜਿਹੜਾ ਕੋਈ ਦੋਸ਼ੀ ਆ ਉਹਨੂੰ ਫਿਰ ਫੜ ਕੇ ਸਾਹਮਣੇ ਲਿਆਓ। ਤੁਹਾਡੀ ਸਰਕਾਰ ਵੇਲੇ ਕੋਈ ਜੇ ਕਲੂ ਸੀਗੇ, ਤੁਹਾਡੀ ਸਰਕਾਰ ਵੇਲੇ ਤੁਹਾਡੇ DGP ਨੇ ਤੁਹਾਡਾ ਰੁਤਬਾ ਜਿਹੜਾ ਉਸ ਵੇਲੇ ਗ੍ਰਹਿ ਮੰਤਰੀ ਦਾ ਸੀ ਜੀ, ਜਿਹੜਾ ਰੁਤਬਾ ਗ੍ਰਹਿ ਮੰਤਰੀ ਵਜੋਂ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਕੋਲ। ਔਰ ਇਹ ਜੇ ਸੁਖਬੀਰ ਜੀ ਚਾਹਣ ਤੇ ਕੁਝ ਉਦੋਂ ਦੀਆਂ ਗੱਲਾਂ ਉਹ ਵੀ ਰਿਵੀਲ ਕਰ ਦੇਣ, ਇਹਨਾਂ ਦੇ ਨਾਲ ਬਹੁਤ ਕੁਝ ਹੋਏਗਾ। ਹਾਂ, ਤੁਹਾਨੂੰ ਯਾਦ ਹੋਏਗਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਹ ਇੱਕ ਸਵਾਲ ਰੱਖਿਆ ਸੀ, ਸ਼ਾਇਦ ਸੁਖਬੀਰ ਬਾਦਲ ਹੋਰਾਂ ਨੂੰ ਵੀ ਉਹਨਾਂ ਨੇ ਸਮਨ ਭੇਜੇ ਸਨ ਕਿ ਤੁਸੀਂ ਵੀ ਆ ਕੇ ਆਪਣੇ ਬਿਆਨ ਰਿਕਾਰਡ ਕਰਾਓ ਜੀ, ਜੋ ਕੁਝ ਕੀਤਾ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਸ਼ਾਇਦ ਉਹਨਾਂ ਨੇ ਅਪਰੋਚ ਕੀਤਾ। ਉਹਨਾਂ ਨੇ ਹਰ ਉਸ ਸ਼ਖਸ ਨੂੰ ਕੀਤਾ। ਲੇਕਿਨ ਸਵਾਲ ਇਹ ਹੈ ਕਿ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ 2018 ਦੇ ਵਿੱਚ ਆਉਂਦੀ ਹੈ, ਉਹਦੇ ਤੋਂ ਬਾਅਦ SIT ਗਾਂ ਤੁਰਦੀ ਆ। ਅੱਛਾ ਸਰਦਾਰ ਸਾਹਿਬ, ਹੁਣ ਮੁਸ਼ਕਲ ਇਹ ਹੈ, ਸਾਡੇ ਕੋਲ ਸਮੇਂ ਦੀ ਬੜੀ ਕਿੱਲਤ ਆ। ਅਸੀਂ ਕਾਫੀ ਗੱਲਾਂ ਕਰ ਰਹੇ ਆ, ਇਹ ਐਂਡਲੈਸ ਆ, ਇਹਦਾ ਕਿਤੇ ਵੀ ਕੋਈ ਖਾਤਮਾ ਨਹੀਂ ਹੈਗਾ। ਜੋ ਵਾਪਰ ਰਿਹਾ ਤੁਹਾਡੇ ਸਾਹਮਣੇ, ਜੋ ਜਿਹੜੇ ਵੀ ਰੋਲ ਭੂਮਿਕਾ ਚ ਲੋਕ ਬੈਠੇ ਆ, ਕੋਈ ਸੱਤਾ ਚ ਕੋਈ ਸੱਤਾ ਤੋਂ ਬਾਹਰ ਹੈ, ਉਹ ਦੁੱਧ ਧੋਤੇ ਆਪਣੇ ਆਪ ਨੂੰ ਸਾਬਤ ਕਰ ਰਹੇ। ਸਵਾਲ ਤਾਂ ਹੈ ਜੇ ਲੋਕਾਂ ਦੇ ਮਨਾਂ ਦੇ ਸ਼ੰਕੇ ਦੂਰ ਕਰ ਦਿਓ। ਨਾ ਸੁਖਬੀਰ ਜੀ ਕਰ ਰਿਹਾ, ਨਾ ਕਾਂਗਰਸ ਹੀ ਕਰ ਰਿਹਾ। ਹੁਣ ਇਹ ਨੂਰਾ ਕੁਸ਼ਤੀ ਅੱਗੇ ਵੀ ਵੱਧਦੀ ਰਹੂਗੀ ਤੇ ਇਹਦੇ ਤਿੱਖੀ ਨਜ਼ਰ ਤੁਸੀਂ ਰੱਖਣੀ ਆ। ਅਸੀਂ ਜਿੰਨੇ ਜੋਗੇ ਆ ਅਸੀਂ ਟਿੱਪਣੀਆਂ ਕਰਦੇ ਰਵਾਂਗੇ। ਸਰਦਾਰ ਸਾਹਿਬ, 3 ਵੱਡੀਆਂ ਗੱਲਾਂ ਅਸੀਂ ਲੈ ਰਹੇ ਸੀ। ਅਚਨਚੇਤ ਰਵਨੀਤ ਬਿੱਟੂ ਕੈਪਟਨ ਅਮਰਿੰਦਰ ਸਿੰਘ ਦੀ ਫੇਵਰ ਚ ਆਉਂਦੇ ਆ, ਸਿੱਧੂ ਦੇ ਖਿਲਾਫ ਆ ਗਏ। ਇਹ ਥੋੜੇ ਦਿਨ ਪਹਿਲਾਂ ਕਹਿ ਰਹੇ ਸੀ ਵੀ ਤੁਸੀਂ ਛੱਡ ਦਿਓ ਜੀ, ਨਹੀਂ ਹੁੰਦਾ ਤੁਹਾਡੇ ਕੋਲ ਮਹਿਕਮਾ ਗ੍ਰਹਿ ਮੰਤਰਾਲੇ ਮੰਗਦੇ ਸੀ। ਹਾਂ, ਫਿਰ ਨਾਲ ਹੀ ਇਹਨਾਂ ਕਿਹਾ ਸੀ ਕਿ ਮੈਂ ਵੀ ਮੁੱਖ ਮੰਤਰੀ ਦਾ ਦਾਅਵੇਦਾਰ ਆ, ਭਾਵੇਂ 22 ਚ ਨਹੀਂ, ਫਿਰ ਮੈਂ ਅੱਗੇ ਜਾ ਕੇ ਆ। ਬਿਲਕੁਲ। ਹੁਣ ਰਵਨੀਤ ਬਿੱਟੂ ਦਾ ਕੈਪਟਨ ਅਮਰਿੰਦਰ ਦੇ ਪਿੱਛੇ ਖਲੋਣਾ ਕੀ ਆਪਣੀ ਨਿੱਜੀ ਉਹਨਾਂ ਦੀ ਕੋਈ ਨਜ਼ਰੀਆ ਜਾਂ ਕੋਈ ਇਸ਼ਾਰਾ ਹੈ? ਬਿਲਕੁਲ ਇਸ਼ਾਰਾ ਵੀ ਇਹਦਾ ਮਤਲਬ ਕਿ ਅਸੀਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਰਵਨੀਤ ਬਿੱਟੂ ਵੀ ਹਾਈ ਕਮਾਂਡ ਦੇ ਨੇੜੇ ਨੇ ਜੀ, ਤੇ ਕੈਪਟਨ ਅਮਰਿੰਦਰ ਸਿੰਘ ਵੀ ਹਾਈ ਕਮਾਂਡ ਦੇ ਨੇੜੇ। ਇਹਦਾ ਮਤਲਬ ਲੌਬਿੰਗ ਜਿਹੜੀ ਆ ਉਹ ਨਜ਼ਰ ਆਉਣੀ ਸ਼ੁਰੂ ਹੋ ਗਈ। ਬਿਲਕੁਲ ਸਹੀ ਗੱਲ। ਇਹਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਦੇ ਜਾਨਸੀਨ ਜਿਹੜੇ ਆ ਉਹਨਾਂ 'ਚ ਜਾਖੜ ਔਰ ਬਿੱਟੂ ਗਾਂ ਤੁਰ ਪਏ। ਬਿਲਕੁਲ 16 ਸਫਾਈ ਦਾ ਦੌਰ ਜਿਹੜਾ ਵਾ ਇਸ ਵੇਲੇ ਸਿਖਰਾਂ ਤੇ ਆ। ਲੇਕਿਨ ਇਹ ਕਹਿ ਸਕਦੇ ਹੋ ਕਿ ਪਰਦੇ ਦੇ ਪਿੱਛੇ ਬਹੁਤ ਕੁਝ ਹੋ ਰਿਹਾ। ਬਹੁਤਾ ਕੁਝ ਤੁਸੀਂ ਪਾਰਟੀਆਂ ਦੇ ਰੂਪ 'ਚ ਦੇਖਿਆ, ਚਾਹ ਦੇ ਰੂਪ 'ਚ, ਰੋਟੀ ਦੇ ਰੂਪ 'ਚ, ਖਾੜੇ ਦੇ ਰੂਪ 'ਚ, ਬੜਾ ਕੁਝ ਦੇਖ ਲਿਆ ਤੁਸੀਂ। ਉਹ ਜਾਰਾ ਸੀ ਜਿੱਥੇ ਮੀਡੀਆ ਆਰਾਮ ਨਾਲ ਪਹੁੰਚ ਜਾਂਦਾ ਸੀ। ਲੇਕਿਨ ਇਹ ਕੁਝ ਜੋ ਕੁਝ ਵਾਪਰਿਆ ਸ਼ਾਇਦ ਤੋਂ ਫੋਨ ਕਾਲ ਦੇ ਉੱਤੇ ਸਾਰਾ ਕੁਝ ਹੋਣ ਡਿਆ। ਲੇਕਿਨ ਸਾਡੇ ਅੰਮ੍ਰਿਤਸਰ ਦੇ MP ਔਜਲਾ ਸਾਹਿਬ, ਸਰਦਾਰ ਗੁਰਜੀਤ ਸਿੰਘ ਔਜਲਾ, ਉਹ ਵੀ ਬੜੇ ਉਬਲੇ ਅੱਜ। ਉਹਨਾਂ ਨੇ ਵੀ ਕੁਝ ਗੱਲਾਂ ਕਹੀਆਂ। ਉਹ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਜੇ ਜਾਂਚ ਕਰਾ ਰਹੇ ਨੇ, ਜੇ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਲਾਇਆ ਤੇ ਇੱਕ ਕਾਬਲ ਅਫਸਰ ਜਾਣ ਕੇ ਲਾਇਆ। ਉਹਨਾਂ ਨੂੰ ਵੀ ਪਤਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਕਿਸੇ ਦੀ ਮੰਨਦੇ ਨਹੀਂ। ਜੇ ਉਹਨਾਂ ਦੇ ਮਨ ਦੇ ਵਿੱਚ ਜਾਂਚ ਠੀਕ ਤਰੀਕੇ ਨਾਲ ਕਰਾਉਣ ਦਾ ਮਨ ਸੀ ਤੇ ਫੇਰ ਹੀ ਉਹਨਾਂ ਨੇ ਉਹਨਾਂ ਨੂੰ ਲਾਇਆ। ਸਹੀ ਗੱਲ। ਦੂਜੇ ਬੰਨੇ ਉਹ ਕਹਿੰਦੇ ਜੀ ਉਹ ਜਾਂਚ ਨੂੰ ਠੀਕ ਦਿਸ਼ਾ 'ਚ ਲੈ ਜਾਣਗੇ, ਸਾਨੂੰ ਉਮੀਦ ਆ। ਪਰ ਨਾਲ ਹੀ ਉਹ ਦੂਜੀ ਗੱਲ ਕਹਿ ਦਿੰਦੇ ਕਿ ਸਾਡੀ ਅਫਸਰਸ਼ਾਹੀ ਸਾਡੀ ਨਹੀਂ ਸੁਣਦੀ, ਉਹ ਸਾਡੀ ਹੈ ਹੀ ਨਹੀਂ, ਉਹ ਤਾਂ ਸੁਖਬੀਰ ਕਿਆਂ ਦੀ ਹੈ। ਇਹੀ ਦੋਸ਼ ਜਿਹੜਾ ਸੀ ਇਹ ਸਾਰੇ ਲਾ ਰਹੇ ਨੇ। ਕਈ ਕਾਂਗਰਸੀਆਂ ਨੇ ਲਾਇਆ, ਇੱਕ ਨੇ ਨਹੀਂ ਲਾਇਆ। ਲੇਕਿਨ ਹੁਣ ਕਿਉਂਕਿ ਜਿਹੜੇ ਗੁਰਜੀਤ ਸਿੰਘ ਔਜਲਾ ਨੇ ਮੈਂਬਰ ਪਾਰਲੀਮੈਂਟ ਨੇ, ਜੇ ਉਹਨਾਂ ਤੱਕ ਵੀ ਇਹਦੀ ਕੰਸੋ ਗਈ ਆ, ਭਿਣਕ ਪਈ ਆ, ਤੇ ਵਾਕਈ ਕਿਤੇ ਨਾ ਕਿਤੇ ਦਾਲ 'ਚ ਕੁਛ ਤੇ ਕਾਲਾ ਹੋਏਗਾ। ਇਕੱਲੀ ਭਿਣਕ ਨਹੀਂ ਪਈ। ਸਵਾਲ ਤੇ ਆ ਕਿ ਇਹ ਜਿਹੜੇ MP ਨੇ ਕਾਂਗਰਸ ਦੇ,
ਕਦੇ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦਾ ਵੀ ਦੁੱਖ ਸੁਣਿਆ? ਇਹਨਾਂ ਨੂੰ ਕੌਣ ਪੁੱਛਦਾ ਹੈ? ਇਹਨਾਂ ਦੀ ਵਕਤ ਕਿੱਥੇ ਆ? ਇਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਕੁਲੀਗ ਐਮਐਲਏ ਆ, ਇਹਨਾਂ ਨੂੰ ਹਲਕਿਆਂ 'ਚ ਨਹੀਂ ਜਾਣ ਦਿੰਦੇ। ਇਹਨਾਂ ਦੇ ਅੱਗੇ ਹਰਡਲਸ ਨੇ, ਇਹਨਾਂ ਦੀਆਂ ਲੱਤਾਂ ਦੇ ਵਿੱਚ ਡਾਹਤਾ ਜਾਂਦਾ ਵਾ ਹਲਕਿਆਂ ਦਾ ਰੋਣਾ। ਬਿਲਕੁਲ ਸਹੀ ਗੱਲ। ਅਫਸਰਸ਼ਾਹੀ ਜਿਹੜੀ ਆ ਉਹ ਕਹਿੰਦੀ ਆ ਇਸ ਹਲਕੇ ਚਾਹ ਵਾ, ਇਸ ਹਲਕੇ ਚਾਹ ਵਾ। ਫਿਰ ਐਮਪੀ ਦਾ ਕਿਹੜਾ ਹਲਕਾ ਹੈ? ਐਮਪੀ ਵਾਲਾ ਜਿਹੜਾ ਮਸਲਾ ਹੈ ਉਹ ਬੜਾ ਅਹਿਮ ਆ ਸਰਦਾਰ ਸਾਹਿਬ, ਤੇ ਅਜੇ ਤੱਕ ਇਹ ਹੱਦਾਂ ਸਰਹੱਦਾਂ ਮਿਥੀਆਂ ਨਹੀਂ ਗਈਆਂ ਕਿ ਕਿਸੇ ਪਾਰਲੀਮੈਂਟ 'ਚ ਬੈਠਣ ਵਾਲੇ ਦੇ ਅਖਤਿਆਰ ਕੀ ਨੇ, ਉਹ ਪੰਜਾਬ ਸਰਕਾਰ 'ਚ ਕਿਸ ਹੈਸੀਅਤ 'ਚ ਬੈਠਦਾ ਹੈ। ਇਹ ਵੀ ਦਰਦ ਵੱਖਰੇ ਨੇ, ਇਹ ਵੀ ਦਰਦ ਅਲੱਗ ਤੋਂ ਚੱਲਦੇ ਨੇ ਕਿ ਆਖਰ ਸੱਤਾ ਦੇ ਵਿੱਚ ਰਹਿੰਦਿਆਂ ਸੱਤਾਧਾਰੀਆਂ ਦੀ ਪਰਿਭਾਸ਼ਾ ਕਿਹੋ ਜੀ ਹੈ, ਇਹਦਾ ਪ੍ਰੋਟੋਕਾਲ ਕੀ ਹੈ, ਕਿਹੜਾ ਕਿੱਥੇ ਖੜਾ ਹੈ? ਕੀ ਸੀਐਮ ਦੇ ਘਰ ਦੇ ਅੰਦਰ ਜਿਹੜੀ ਰਵਾਂ ਰਵੀ ਜਾਂਦੀ ਗੱਡੀ ਵਾਲੇ ਹੀ ਅਹਿਮ ਨੇ, ਜਾਂ ਦੂਰ ਬੈਠੇ ਪਾਵਰਫੁਲ ਬੰਦੇ ਵੀ ਅਹਿਮ ਨੇ? ਇਹ ਬੜੇ ਵੱਡੇ ਸਵਾਲ ਆ। ਸ਼ਾਇਦ ਇਹਨਾਂ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਹਰੇਕ ਬੰਦੇ ਦੀ ਲੋੜ ਆ, ਔਰ ਇਹ ਸੱਚ ਹੈ ਕਿ ਸ਼ਾਇਦ ਤੁਹਾਡਾ ਮਤਲਬ ਕੱਲ ਤੱਕ ਇਹ ਵੀ ਬਿਆਨ ਬਦਲਿਆ ਨਜ਼ਰ ਆ ਜਾਏਗਾ? ਨਹੀਂ, ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਹੈ, ਲੇਕਿਨ ਅਫਸਰਸ਼ਾਹੀ ਦੇ ਖਿਲਾਫ ਹੈ, ਜ਼ਮੀਨੀ ਹਕੀਕਤ ਦੇ ਨਾਲ ਤੁਰਦਾ ਬਿਆਨ ਆ। ਪਰ ਵੇਖਣਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਔਰ ਅਫਸਰਸ਼ਾਹੀ ਵੱਖੋ-ਵੱਖ ਨੇ ਜਾਂ ਇਕੱਠੇ ਨੇ? ਇਹ ਨੁਕਤੇ ਨੇ। ਲੇਕਿਨ ਸਰਦਾਰ ਸਾਹਿਬ, ਜਿਹੜਾ ਯੋਗੀ ਆਦਿੱਤਿਆਨਾਥ ਦਾ ਬਿਆਨ ਮਲੇਰਕੋਟਲੇ ਨੂੰ ਲੈ ਕੇ ਉਹ ਮੰਦਭਾਗਾ ਹੈ। ਦੇਖੋ, ਬਿਆਨ ਮੈਨੂੰ ਤੇ ਮਤਲਬ ਕਿ ਪੜ੍ਹ ਕੇ ਬੜੀ ਥੋੜੀ ਹੈਰਾਨੀ ਹੋਣ ਡਈ ਆ ਕਿ ਯੋਗੀ ਆਦਿੱਤਿਆਨਾਥ ਜਿਹੜੇ ਨੇ ਉਹ ਕਿਸ ਦੇ ਅਨੁਯਾਈ ਨੇ, ਉਹਨਾਂ ਦਾ ਧਰਮ ਉਹਨਾਂ ਨੂੰ, ਉਹਨਾਂ ਦਾ ਮਜ਼ਹਬ ਉਹਨਾਂ ਨੂੰ ਮੁਬਾਰਕ, ਸਾਰਿਆਂ ਨੂੰ ਹੀ ਮੁਬਾਰਕ, ਸਾਰਿਆਂ ਨੂੰ, ਹਰੇਕ ਦਾ ਹਰੇਕ ਨੂੰ। ਲੇਕਿਨ ਸਵਾਲ ਇਹ ਆ ਕਿ ਜਦੋਂ ਤੁਹਾਡਾ ਸੰਵਿਧਾਨ ਜਿਹੜਾ ਆ ਉਹ ਆਪ ਕਹਿੰਦਾ ਕਿ ਹਿੰਦੁਸਤਾਨ ਜਿਹੜਾ ਇੱਕ ਬਹੁਤ ਧਰਮੀ, ਬਹੁਤ ਭਾਸ਼ਾਈ, ਬਹੁਤ ਜਾਤੀ ਮੁਲਕ ਹੈ, ਹਰ ਇੱਕ ਨੂੰ ਉੱਥੇ ਕੋਈ ਨਾ ਕੋਈ ਅਧਿਕਾਰ ਹੈ। ਹੁਣ ਸਵਾਲ ਸਿਰਫ ਇੰਨਾ ਹੋਇਆ ਕਿ ਪੰਜਾਬ ਦੇ ਵਿੱਚ ਮਲੇਰਕੋਟਲਾ ਜਿਹੜਾ ਉਹ ਮੁਸਲਮਾਨ ਭਾਈਚਾਰੇ ਦੀ ਹੱਬ ਹੈ, ਉਹਨਾਂ ਦਾ ਕੇਂਦਰ ਹੈ ਜੀ। ਉੱਥੇ ਉਸ ਜ਼ਿਲ੍ਹੇ ਨੂੰ ਉਹਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ, ਉਸ ਸ਼ਹਿਰ ਨੂੰ ਜ਼ਿਲ੍ਹਾ ਬਣਾਤਾ, ਸ਼ਹਿਰ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ, ਹੈਡਕੁਆਟਰ। ਚਲੋ, ਸਰਕਾਰਾਂ ਦਾ ਦੇਖਣਾ ਆ ਕਿ ਸਰਕਾਰਾਂ ਨੇ ਉਸ ਜ਼ਿਲ੍ਹੇ ਦੇ ਉੱਤੇ ਕਿੰਨਾ ਆਰਥਿਕ ਬੋਝ ਪਾਉਣਾ, ਕਿੰਨੀ ਕੁ ਉਹਦੀ ਆਮਦਨ ਆ, ਕਿੱਦਾਂ ਦੇਖਣਾ, ਇੱਕ ਵੱਖਰਾ। ਲੇਕਿਨ ਜਦੋਂ ਯੋਗੀ ਆਦਿੱਤਿਆਨਾਥ ਕਹਿੰਦੇ ਨੇ मत और मजहब, लफ्ज है मत और मजहब के आधार पर किसी प्रकार का विभेद भारत के संविधान की मूल भावना के विपरीत है। ਅੱਗੇ ਹੋਰ ਲਿਖਦੇ ਆ, ਅਗਲੀ ਲਾਈਨ ਦੇ ਮੈਂ ਜੇ ਨਹੀਂ ਪੜ ਰਿਹਾ, ਪਹਿਲਾਂ ਇਹਨੂੰ ਕਰਦਾ ਕਿ ਇੱਕ ਚੀਜ਼ ਦੱਸੋ ਕਿ ਕੀ ਦਿੱਲੀ ਦੇ ਵਿੱਚ ਜਿਹੜੇ ਪੁਰਾਣੀਆਂ ਸੜਕਾਂ ਜਿਨ੍ਹਾਂ ਦੇ ਨਾਂ ਉਸ ਟਾਈਮ ਦੇ ਪੁਰਾਣੇ ਮੁਗਲ ਹਾਕਮਾਂ ਦੇ ਨਾਂ ਸੀ, ਔਰੰਗਜ਼ੇਬ ਰੋਡ, ਕੀ ਉਹ ਨਾਂ ਨਹੀਂ ਬਦਲੇ ਗਏ? ਕੀ ਪ੍ਰਮੁੱਖ ਰੇਲਵੇ ਸਟੇਸ਼ਨ ਜਿਹੜੇ ਸਨ ਜਿਨ੍ਹਾਂ ਦੇ ਨਾਂ ਉਸ ਵੇਲੇ ਦੇ ਸ਼ਾਸਕਾਂ ਦੇ ਸਨ, ਉਹ ਨਹੀਂ ਬਦਲੇ ਗਏ? ਕੀ ਸਾਰਾ ਕੁਝ ਯੂਪੀ ਦੇ ਵਿੱਚ ਜੋ ਹੋ ਰਿਹਾ ਕਿ ਉੱਥੇ ਬਾਕੀ ਮਜ਼ਹਬਾਂ ਨੂੰ ਉਨੀ ਖੁੱਲ੍ਹ ਹੈ? ਕਿਉਂਕਿ ਦੋਸ਼ ਉਹ ਵੀ ਲਾਉਂਦੇ ਨੇ ਜੀ। ਲੇਕਿਨ ਤੀਸਰੀ ਗੱਲ ਜਿਹੜੀ ਹੈ ਕਿ ਸ਼ਾਇਦ ਯੋਗੀ ਆਦਿੱਤਿਆਨਾਥ ਹੀ ਨਹੀਂ ਸਮਝ ਸਕੇ ਕਿ ਇਹ ਲੋਕਤੰਤਰ ਹੈ ਜੀ। ਦੁਨੀਆ ਦੇ ਲੋਕਤੰਤਰ ਦੇ ਵਿੱਚ ਕਿਹਾ ਜਾਂਦਾ ਪੀਪਲ ਕਾਸਟ ਦਾ ਵੋਟ, ਕਿ ਲੋਕ ਵੋਟ ਪਾਉਂਦੇ ਨੇ ਨੁਮਾਇੰਦੇ ਚੁਣਨ ਲਈ। ਲੇਕਿਨ ਇਹ ਸਾਡੀ ਤਰਾਸਦੀ ਆ, ਇੱਥੇ ਕਹਿੰਦੇ ਪੀਪਲ ਕਾਸਟ ਵੋਟ ਦਾ ਕਾਸਟ, ਕਿ ਲੋਕ ਆਪਣੀ ਜਾਤ ਨੂੰ ਵੋਟ ਪਾਉਂਦੇ ਨੇ। ਹੁਣ ਯੋਗੀ ਆਦਿੱਤਿਆਨਾਥ ਇੱਕ ਜਾਤ ਤੱਕ ਸੀਮਤ ਨੇ, ਉਹਨਾਂ ਨੂੰ ਲੱਗਦਾ ਕਿ ਮੈਂ ਜਿਸ ਬਾਣੇ ਦੇ ਵਿੱਚ ਆ, ਜੋ ਮੇਰਾ ਧਰਮ ਆ ਉਹ ਸਰਵੋਤਮ ਆ, ਹੋਣਾ ਚਾਹੀਦਾ, ਮਾਣ ਹਰ ਇੱਕ ਨੂੰ ਹੋਣਾ ਚਾਹੀਦਾ। ਲੇਕਿਨ ਜੇ ਕਿਸੇ ਦੂਸਰੇ ਨੂੰ ਮਿਲਦਾ ਪਿਆ ਕਿਣਕਾ ਮਾਤਰ, ਤੇ ਉਹਦੇ ਪ੍ਰਤੀ ਕਿਸੇ ਨੂੰ ਰੰਜਿਸ਼ ਵੀ ਨਹੀਂ ਹੋਣੀ ਚਾਹੀਦੀ ਮਨ ਦੇ ਵਿੱਚ। ਇਹ ਬਿਲਕੁਲ ਠੀਕ ਹੈ ਕਿ ਜਿਸ ਆਧਾਰ ਤੇ ਵਿਰਾਜਮਾਨ ਹੋਈਏ ਉਸ ਆਧਾਰ ਦੇ ਖਿਲਾਫ ਹੀ ਗੱਲ ਕਰਨੀ ਆਪਾ ਵਿਰੋਧੀ ਹੁੰਦੀ ਆ ਤੇ ਬੇਅਸੂਲੀ ਗੱਲ ਹੁੰਦੀ ਹੈ। ਧਰਮ ਦੀ ਰਾਜਨੀਤੀ ਕਰਨ ਵਾਲੇ ਧਰਮ ਤੇ ਹੋਈ ਕਿਸੇ ਗੱਲ ਨੂੰ ਝਠਲਾਉਣ ਤੁਰ ਪੈਣ ਹਜਮ ਨਹੀਂ ਹੁੰਦਾ। ਮੈਨੂੰ ਲੱਗਦਾ ਹੈ ਕਿ ਇਸ ਦੇਸ਼ ਵਿੱਚ ਸਭ ਕੁਝ ਹਜਮ ਹੋ ਵੀ ਜਾਂਦਾ ਹੈ। ਕੋਈ ਕੀ ਕਹਿ ਗਿਆ, ਅਸੀਂ ਉੱਤੇ ਛੋਟੀ ਜਿਹੀ ਟਿੱਪਣੀ ਕਰਕੇ ਕਿਸੇ ਅਗਲੀ ਖਬਰ ਵੱਲ ਹੋ ਲੈਂਦੇ ਆ। ਇਹ ਵਰਤਾਰੇ ਨੇ, ਵਰਤਦੇ ਰਹਿਣੇ ਆ ਤੇ ਅਸੀਂ ਵਰਤੇ ਜਾਂਦੇ ਰਹਿਣਾ। ਬਹੁਤ ਮਿਹਰਬਾਨੀ।